ਕੇਜਰੀਵਾਲ ਦਾ ਕਹਿੰਦੇ ਮਖੌਟਾ ਲੈ ਗਿਆ ਤੇ ਵਿੱਚੋਂ ਹੁਣ ਸੰਘ ਨਿਕਲਿਆ ਜੀ। ਇਹ ਮਖੌਟਾ ਕਿਵੇਂ ਲਿਆ? ਸੰਘ ਬਾਰੇ ਤਾਂ ਆਪਾਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਜੀ। ਨਹੀਂ ਜੀ, ਬਿਲਕੁਲ ਇਹ ਗੱਲ ਕੋਈ ਨਵੀਂ ਤਾਂ ਨਹੀਂ ਹੈ। ਅਰਵਿੰਦ ਕੇਜਰੀਵਾਲ ਖੁਦ ਇਹ ਗੱਲ ਜਨਤਕ ਤੌਰ ਤੇ ਕਹਿੰਦੇ ਰਹੇ ਨੇ ਕਿ ਮੇਰੇ ਪਿਤਾ ਆਰਐਸਐਸ ਦੀ ਸ਼ਾਖਾ 'ਚ ਜਾਂਦੇ ਸੀ, ਅਸੀਂ ਪੁਰਾਣੇ ਸੰਘੀ ਹਾਂ ਜੀ, ਹੈ ਨਾ। ਤੇ ਫਿਰ ਉਹਨਾਂ ਦੇ ਸਮੇਂ ਕਈ ਤਰੀਕਾਕਾਰ ਅਜਿਹੇ ਸਾਹਮਣੇ ਆਏ ਜਿਹਦੇ ਨਾਲ ਉਹ ਇਹ ਜਚਾਉਂਦੇ ਬਚਾਉਂਦੇ ਰਹੇ ਹੈ ਨਾ, ਕਿ ਉਹ ਉਸ ਲਾਈਨ ਤੇ ਟੋ ਕਰਨਗੇ, ਉਸੇ ਲਾਈਨ ਤੇ ਰਹਿਣਗੇ ਹੈ ਨਾ। ਉਹ ਇਸ ਲਈ ਖਾਸ ਕਰਕੇ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਕੋਈ ਅਜਿਹਾ ਦੰਗਾ ਫਸਾਦ ਨਾ ਹੋਵੇ, ਕੋਈ ਮੁਲਕ ਦੇ ਖਿਲਾਫ ਕੋਈ ਬਗਾਵਤ ਨਾ ਹੋਵੇ, ਕੋਈ ਅਜਿਹਾ ਫਿਰਕੂਵਾਦ ਨਾ ਹੋਵੇ, ਉਹਦੇ ਬਾਵਜੂਦ ਤੁਸੀਂ ਕਹੋ ਜੀ ਅਸਾਂ ਤਿਰੰਗਾ ਯਾਤਰਾ ਕੱਢਣੀ ਹੈ ਜੀ, ਅਸੀਂ ਤੈਅ ਕੱਢਣੀ ਹੈ, ਇਸ ਤਰ੍ਹਾਂ ਦਾ ਤੁਸੀਂ ਦ੍ਰਿਸ਼ ਵੀ ਘੜਦੇ ਰਹੇ। ਪਰ ਹੁਣ ਲਗਾਤਾਰ ਈਡੀ ਦਾ ਔਰ ਪੰਜਾਬ ਸਰਕਾਰ ਦਾ, ਸੀਬੀਆਈ ਦਾ ਔਰ ਪੰਜਾਬ ਸਰਕਾਰ ਦਾ ਟਕਰਾਅ ਚੱਲ ਰਿਹਾ। ਜੀ ਜੀ। ਪੰਜਾਬ ਸਰਕਾਰ ਦੇ ਮੰਤਰੀ, ਪੰਜਾਬ ਸਰਕਾਰ ਦੇ ਅਫਸਰ, ਪੰਜਾਬ ਸਰਕਾਰ ਦੇ ਅਧਿਕਾਰੀ ਹੈ ਨਾ, ਅੱਗੇ ਅਫਸਰਾਂ, ਅਧਿਕਾਰੀਆਂ, ਮੰਤਰੀਆਂ ਦੇ ਪੀਏ, ਦਲਾਲ, ਇੰਨਾ ਕੁਝ ਨਿਸ਼ਾਨੇ ਤੇ ਨੇ। ਹੁਣ ਉਹ ਸਾਰੀ ਕਾਰਵਾਈ ਕੜੀ ਦੇ ਰੂਪ ਚ ਚੱਲ ਰਹੀ ਹੈ। ਇਹਨੂੰ ਤੁਸੀਂ ਰਾਜਨੀਤਿਕ ਹਮਲਾ ਤਾਂ ਕਹਿ ਸਕਦੇ ਹੋ, ਪਰ ਇਸ ਨੂੰ ਕਿਸੇ ਧਰਮ ਤੇ ਹਮਲਾ ਕਹੋ ਤਾਂ ਇਹ ਸਮਝ ਤੋਂ ਪਰੇ ਹੈ ਜੀ। ਫਿਰ ਉਹਦੇ ਅਰਥ ਤੁਹਾਨੂੰ ਸਮਝਣੇ ਪੈਣਗੇ ਕਿ ਇਹਦਾ ਮਤਲਬ ਕੋਈ ਹੋਰ ਲਾਈਨ ਟੋ ਕੀਤੀ ਜਾ ਰਹੀ ਹੈ, ਰਾਜਨੀਤਿਕ ਲਾਈਨ ਨਹੀਂ ਹੈ ਜੀ ਜੀ, ਪਰ ਉਹਦਾ ਫਾਇਦਾ ਰਾਜਨੀਤਿਕ ਤੌਰ ਤੇ ਲੈਣਾ। ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ ਲਗਭਗ ਇਸ ਸਮੇਂ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਇੱਕ ਟਵੀਟ ਆਇਆ। ਠੀਕ ਹੈ ਜੀ। ਉਹ ਟਵੀਟ ਦੇ ਵਿੱਚ ਅਰਵਿੰਦ केजरीवाल कहते ईडी पार्टी आज फिर पंजाब के हिंदू व्यापारियों पर ईडी की रेड कर रही है। ईडी पार्टी मतलब बीजेपी, ईडी पार्टी आज फिर पंजाब के हिंदू व्यापारियों पर नहीं जी, हिंदू व्यापारियों पर ईडी की रेड कर रही है। ईडी पार्टी पंजाब के छोटे हिंदू व्यापारियों को तंग कर रही है जी। मेरी सभी व्यापारियों से अपील है, घबराने की कोई बात नहीं, पूरा पंजाब और पंजाब सरकार आपके साथ है, हम सब मिलकर ईडी पार्टी का मुकाबला करेंगे। ते कॉपी पेस्ट दसो जी अरविंद केजरीवाल जी ਨੂੰ ਪੰਜਾਬ ਦੇ ਵਪਾਰੀ ਲਿਖਣ 'ਚ ਕੀ ਤਕਲੀਫ ਸੀ? ਸਹੀ ਹੈ। ਜੇ ਲਿਖਣਾ ਹੀ ਸੀ ਟਵੀਟ ਤਾਂ ਤੁਸੀਂ ਪੰਜਾਬ ਦੇ ਵਪਾਰੀ ਲਿਖਦੇ, ਇਕੱਲੇ ਵਪਾਰੀ ਲਿਖਦੇ ਜੀ। ਤੁਸੀਂ ਇਹ ਲਾਈਨ ਲਿਖ ਕੇ ਕੀ ਕਰਨਾ ਚਾਹੁੰਦੇ ਹੋ? ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਬੀਜੇਪੀ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ, ਇਹਦੇ ਨਾਲ ਹਿੰਦੂ ਵਪਾਰੀ ਤੁਹਾਡੇ ਨਾਲ ਆ ਜਾਣਗੇ ਜੀ ਜੀ, ਜਾਂ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਬਈ ਸਾਤੋਂ ਤਾਂ ਬਚਾ ਨਹੀਂ ਹੋਣਾ ਇਸ ਲਈ ਬੀਜੇਪੀ ਦੀ ਸ਼ਰਨ 'ਚ ਚਲੇ ਜਾਣ ਹਿੰਦੂ ਵਪਾਰੀ ਜੀ। ਸਹੀ, ਕਿ ਜੇ ਬਚਣਾ ਤਾਂ ਉਧਰੇ ਜਾਓ। ਤੁਸੀਂ ਧੱਕ ਕੇ ਉਧਰ ਨੂੰ ਭੇਜ ਰਹੇ ਹੋ। ਤੁਸੀਂ ਕੋਈ ਵੱਖਰੀ ਲਾਈਨ ਟੋ ਕਰ ਰਹੇ ਹੋ ਕਿ ਬੀਜੇਪੀ ਲਈ ਲਾਈਨ ਕਲੀਅਰ ਕਰ ਰਹੇ ਹੋ? ਸਹੀ ਹੈ। ਸਵਾਲ ਤਾਂ ਇਹ ਹੈ। ਚਲੋ ਆਪਾਂ ਇੱਥੇ ਰੁਕਦੇ। ਇਹ ਕੋਈ ਇੱਕ ਟਵੀਟ ਨਹੀਂ ਸੀ, ਕੱਲ ਦਰਜਨਾਂ ਟਵੀਟ ਆਏ। केजरीवाल ने अज कई ट्वीट किए, मैं एक ट्वीट की होर उदाहरण दे देना। ठीक है जी। सुना है कि ईडी पार्टी पंजाब की बेअदबी पार्टी / चिट्टा पार्टी से गठबंधन करने की को बहुत बेचैन है। सुना है ईडी पार्टी पंजाब की बेअदबी पार्टी चिट्टा पार्टी से गठबंधन करने को बहुत बेचैन है, पर बेअदबी पार्टी चिट्टा पार्टी उसको घास नहीं डाल रही। ठीक है। ਹੁਣ ਈਡੀ ਪਾਰਟੀ ਬੀਜੇਪੀ, ਬੇਅਦਬੀ ਪਾਰਟੀ / ਚਿੱਟਾ ਪਾਰਟੀ ਦੇ ਨਿਸ਼ਾਨੇ ਦੇ ਅੰਦਰ ਸੁਖਬੀਰ ਬਾਦਲ ਦਲ ਨੂੰ, ਅਕਾਲੀ ਦਲ ਨੂੰ ਤੁਸੀਂ ਕਹਿ ਰਹੇ ਹੋ। ਸਹੀ ਹੈ, ਸਹੀ ਹੈ। ਸਭ ਨੂੰ ਸਮਝ ਆਉਂਦਾ ਕਿ ਤੁਸੀਂ ਕਿਹੜੀ ਟੋਨ ਫੜਨਾ। ਬਈ ਅਗਲੀਆਂ ਪਾਰਟੀਆਂ ਨੇ ਤੇ ਸੰਵਿਧਾਨਕ ਤੌਰ ਤੇ ਦਲ ਹੈਗੇ ਨੇ ਤੇ ਕੱਲ ਨੂੰ ਫਿਰ ਤੁਸੀਂ ਕਹੋਗੇ ਜੀ ਮਾਣਹਾਨੀ ਦੇ ਕੇਸ ਕਰਤੇ ਮੇਰੇ ਤੇ ਤਾਂ ਜੀ, ਫਿਰ ਤੁਸੀਂ ਭੱਜੇ ਫਿਰੋਗੇ ਹੈ ਨਾ। ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਇਹੋ ਜਿਹਾ ਖਿਤਾਬ ਦੇ ਸਕਦੇ ਹੋ ਇਹ ਤਰੀਕੇ ਕਰਨ ਨਾਲ? ਬਿਲਕੁਲ ਬਿਲਕੁਲ। ਪਰ ਤੁਸੀਂ ਇਹ ਸਾਰਾ ਕੁਝ ਕਹਿ ਕੇ ਉਲਟ ਜੋ ਪੰਜਾਬ ਕੀ ਕਹਿ ਰਿਹਾ ਕਿ ਬਈ ਬੀਜੇਪੀ ਇਸ ਸਮੇਂ ਅਕਾਲੀਆਂ ਨੂੰ ਰਾਹ ਨਹੀਂ ਫੜਾ ਰਹੀ, ਹੱਥ ਨਹੀਂ ਫੜਾ ਰਹੀ, ਪੱਲਾ ਨਹੀਂ ਫੜਾ ਰਹੀ। ਇਹ ਕਹਿੰਦਾ ਨਾ ਬੀਜੇਪੀ ਗੱਠਜੋੜ ਕਰਨਾ ਚਾਹੁੰਦੀ ਆ, ਅਕਾਲੀ ਦਲ ਉਹਨਾਂ ਨੂੰ ਘਾਹ ਨਹੀਂ ਪਾਉਂਦਾ। ਮਤਲਬ ਇਹਦਾ ਮਤਲਬ ਤੁਸੀਂ ਕਿਹਨੂੰ ਵਿਚਾਰਾ ਪਾਰਟੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੋ? ਸਹੀ ਹੈ, ਸਹੀ, ਬਿਲਕੁਲ। ਚਲੋ ਇੱਥੇ ਤੱਕ ਤਾਂ ਸਰ ਗਿਆ ਅਰਵਿੰਦ ਕੇਜਰੀਵਾਲ ਦੇ ਇਹੋ ਜਿਹੇ 5-6 ਟਵੀਟ ਨਿਕਲਦੇ ਈਡੀ ਪਾਰਟੀ, ਬੇਅਦਬੀ ਪਾਰਟੀ, ਚਿੱਟਾ ਪਾਰਟੀ ਕਹਿ ਕੇ। ਕੇਜਰੀਵਾਲ ਦੇ ਪਹਿਲਾ ਹਿੰਦੂ ਵਪਾਰੀ ਵਾਲੇ ਟਵੀਟ ਤੋਂ 2 ਘੰਟੇ ਬਾਅਦ ਭਗਵੰਤ ਮਾਨ ਦੇ ਆਫੀਸ਼ੀਅਲ ਪੇਜ ਦੇ ਉੱਤੇ ਇੱਕ ਟਵੀਟ ਆਉਂਦਾ ਇਸੇ ਟਵਿੱਟਰ ਦੇ ਉੱਤੇ, ਜਿਹੜਾ ਐਕਸ ਹੁੰਦਾ ਹੁਣ ਮਤਲਬ। ਜੀ ਜੀ। ਭਗਵੰਤ ਮਾਨ ਕੀ ਲਿਖਦੇ ਆ? ਥੱਲੇ ਟੈਗ ਕੀਤਾ केजरीवाल वाला ट्वीट, ऊपर लिखा है पंजाब के हिंदू व्यापारी हमारे राज्य के आर्थिक विकास की रीढ़ की हड्डी हैं। ठीक है।
और रंगला पंजाब बनाने में उनका बहुत बड़ा योगदान है। ईडी पार्टी सेंट्रल एजेंसियों का गलत इस्तेमाल करके हमारे व्यापारियों को परेशान करना चाहती है। ऐसा करके वह राजनीतिक दबाव डालकर उन्हें अपने साथ मिलाने की कोशिश कर रही है, जिसको पंजाबी बिल्कुल बर्दाश्त नहीं करेंगे। हम अपने व्यापारियों के साथ खड़े हैं जी। लाइन बिल्कुल वही टो है जी केजरीवाल ने की थी। हिंदू व्यापारी शब्द पहले अखर च पंजाब के हिंदू व्यापारी ते नाल आपे ये भी दसता कि बीजेपी उन्होंने अपने नाल लेना चाहती है। सही है। हुण इत्थे तक नहीं वरतारा। वरतारा यह है कि पंजाब के मुख मंत्री भगवंत मान एक ट्वीट करते ने, वो ट्वीट हिंदी च करके किहनूं दिखाउणा चाहुंदे ने? कॉपी पेस्ट कीता ना? नहीं, इबारत बखरी बदल के लिखी है, कॉपी पेस्ट नहीं गा। फिर भगवंत मान नूं हिंदी लिखनी पई कि उथों लिखी लिखाई आई सी कि आ पोस्ट करो जी। ताई तो मैं कॉपी पेस्ट किया ना, भी मैसेज आया होना ते उस नाते कॉपी पेस्ट तुहाडी गल बिल्कुल दुरुस्त है। हां जी, कि उथों लिखी हुई आई कि भगवंत मान जी पोस्ट करो, जां फिर हिंदी च पोस्ट होने का मतलब ये समझिए कि भगवंत मान दा हरा पेन नहीं, सोशल मीडिया के सारे हैंडल भी उन्होंने हथे जी जी, ਉਹੀ ਆਪ ਹੀ ਪੋਸਟ ਕਰਦੇ ਆ ਕੀ ਕਰਨਾ। तो इसलिए ये सारा ਵਰਤਾਰਾ स्पष्ट संकेत करता है कि आम आदमी पार्टी इस रोह ते चल रही है, इस प्रक्रिया तहत अगे वध रही है कि जे तां इस तरीके की राजनीति करके साडा कोई हथ पल्ला बजदा होया एक बार पा लीए, नहीं तो फिर बीजेपी ली लाइन क्लीयर कर दी जी। सही है। तुसीं तां कहंदे सी कि ਸਾਡੇ ਤਾਂ ਕੰਮ ਬੋਲਦੇ ਆ, ਮਤਲਬ ਉੱਥੇ ਵੀ ਬੈਨਰ ਪੋਸਟ ਤੁਸੀਂ ਕਾਪੀ ਪੇਸਟ ਕੀਤਾ ਸੀ, ਉਹਨਾਂ ਨੇ ਹਿੰਦੀ 'ਚ ਲਿਖਿਆ ਸੀ ਹਮਾਰੇ ਕਾਮ ਬੋਲਤੇ, ਤੁਸੀਂ ਬੋਲਤਾ ਸਾਡੇ ਕਾਮ ਬੋਲਤੇ। ਮਤਲਬ ਸਾਡੇ ਕਾਮ ਬੋਲਦੇ ਲਿਖ ਰਹੇ ਹੋ, ਸਾਡੇ ਕੰਮ ਬੋਲਦੇ ਨਹੀਂ ਲਿਖ ਸਕੇ ਤੁਸੀਂ। ਸਹੀ ਹੈ, ਬਿਲਕੁਲ। ਪਰ ਜੇ ਤੁਹਾਡੇ ਕੰਮ ਬੋਲਦੇ ਫਿਰ ਤੁਸੀਂ 10 ਲੱਖ ਵਾਲੇ ਤੇ ਮੰਗੋ ਨਾ ਵੋਟ, ਤੁਸੀਂ ਮੰਗੋ ਨਾ ਮੁਫਤ ਬਿਜਲੀ ਤੇ ਮੁਫਤ ਬੱਸ ਸਫ਼ਰ ਤੇ ਮੰਗੋ ਸਿਹਤ ਕ੍ਰਾਂਤੀ ਸਿੱਖਿਆ ਕ੍ਰਾਂਤੀ ਤੇ ਵੋਟਾਂ। ਸਹੀ ਹੈ। ਕਿਉਂ ਨਹੀਂ ਮੰਗਦੇ ਫਿਰ ਉਹਨਾਂ ਦੇ ਉੱਤੇ? ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਬੇਅਦਬੀਆਂ ਵਾਲਾ ਮਸਲਾ ਹੱਲ ਕਰਤਾ, ਫਿਰ ਮੰਗੋ ਨਾ ਉਹਦੇ ਤੇ ਜਿਹੜਾ ਕਾਨੂੰਨ ਬਣਾਇਆ। ਹੁਣ ਲੱਗਦਾ ਕਿ ਉਹ ਸਾਰੀ ਪ੍ਰਕਿਰਿਆ ਨੂੰ ਵੋਟ ਨਹੀਂ ਪੈਣੀ, ਇਸ ਲਈ ਫੋਕਸ ਹੁਣ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਹੋ ਰਹੇ, ਕੈਟਾਗਰਾਈਜ਼ ਕਰ ਰਹੇ ਹੋ, ਇਸ ਲਈ ਉਧਰ ਨੂੰ ਰਾਹ ਇਹ ਬਹੁਤ ਮਾਇਨੇ ਨੇ। ਔਰ ਇਹਦਾ ਮਾਨਾ ਸਿੱਧਾ ਸਪਸ਼ਟ ਹੈ ਕਿ ਇਸ ਤਰੀਕੇ ਕਰਨ ਨਾਲ ਸਾਰਾ ਇੱਕ ਬਲਕ ਦੇ ਵਿੱਚ ਬੀਜੇਪੀ ਦੀ ਝੋਲੀ ਪਾ ਦਿੱਤਾ ਜਾਵੇ, ਇਹ ਉਹ ਖੇਡ ਜੀ। ਸਹੀ ਹੈ, ਬਿਲਕੁਲ। ਜਦੋਂ ਕੋਈ ਥਿਊਰੀ ਦਿੱਤੀ ਜਾਂਦੀ ਹੈ ਨਾ ਸ਼ਰਮਾ ਜੀ, ਉਸ ਥਿਊਰੀ ਨੂੰ ਬਲ ਤਾਂ ਮਿਲਦਾ ਜਦੋਂ ਉਹਦੇ ਨਾਲ ਦਾ ਕੋਈ ਹਵਾਲਾ ਦਿੱਤਾ ਜਾਂਦਾ। ਜਿਵੇਂ ਆ ਤੁਸੀਂ ਹਵਾਲਿਆਂ ਦੇ ਨਾਲ ਸਮਝਾਇਆ ਵੀ ਵਿੱਚੋਂ ਸੰਘ ਨਿਕਲਿਆ, ਤਾਂ ਸੰਘ ਕਿਉਂ ਨਿਕਲਿਆ ਇਹਦੇ ਬਾਰੇ ਆਪਾਂ ਤਫਸੀਲ ਦੇ ਨਾਲ ਚਰਚਾ ਕੀਤੀ। ਔਰ ਖੁਦ ਵੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਕੇਜਰੀਵਾਲ ਵੀ ਕਹਿ ਚੁੱਕੇ ਨੇ